ਸੇਵੀਆ ਅਹਨਿਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖੁਸਾਮਦੀ ਨੂਰ ਅਰਸੋਂ ਪੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮਤਿ ਨਗਰੀ ਖੋਜ ਖੁਦਾਈ। ਹਰ ਹਰ ਨਾਮ ਪਦਾਰਥ ਪਾਈ। ਗੁਰਮਤਿ ਨਗਰੀ ਖੋਜ ਖੁਦਾਈ। ਹਰ ਹਰ ਨਾਮ ਪਦਾਰਥ ਪਾਈ। ਮੇਰਾ ਮਨ ਹਰ ਹਰ ਸਾਤ ਵਸਾਈ। ਤਿਸ ਨਾ ਅਗਨ ਬੁਝੀ ਖਿਨ ਅੰਤਰ। ਗੁਰ ਮਿਲਿਆ ਸਭ ਭੁਖ ਗਵਾਈ। ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ। ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ। ਹਉ ਹਰ ਪ੍ਰਭ ਪਿਆਰਾ ਢੂੰਡ ਢੂੰਡਾਈ। ਸਤ ਸੰਗਤ ਮਿਲ ਹਰ ਰਸ ਪਾਈ। ਤੁਰ ਮਸਤਕ ਲੇਖ ਲਿਖੇ ਹਰ ਪਾਈ। ਗੁਰ ਨਾਨਕ ਤੁਠਾ ਮਿਲੈ ਹਰ ਭਾਈ। ਤੁਰ ਮਸਤਕ ਲੇਖ ਲਿਖੇ ਹਰ ਪਾਈ। ਗੁਰ ਨਾਨਕ ਤੁਠਾ ਮਿਲੈ ਹਰ ਭਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਤਾ ਦੇ ਜੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ
ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਹੈ, ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਗਿਆ ਹੈ। ਉਸ ਦੀ ਵਿਚਾਰਧਾਰਾ ਦੇ ਨਾਲ ਜੁੜਨ ਤੋਂ ਪਹਿਲਾਂ ਅੱਜ ਮਹਾਨ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਜਿਤਨੇ ਵੀ ਭਗਤ ਸਾਹਿਬਾਨਾਂ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ, ਸਭ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਏਮਾਨ ਹੈ। ਆਪ ਜੀ ਦਾ ਜਨਮ ਬਨਾਰਸ ਦੀ ਧਰਤੀ ਤੇ ਪਿਤਾ ਬਾਬਾ ਨੀਰੂ ਜੀ ਮਾਤਾ ਨੀਮਾ ਜੀ ਦੇ ਗ੍ਰਹਿ ਵਿਖੇ 1398 ਈਸਵੀ ਨੂੰ ਹੋਇਆ, ਜਦ ਕਿ ਉਸ ਵਕਤ ਹਿੰਦੁਸਤਾਨ ਦੇ ਵਿੱਚ ਜਾਤ ਪਾਤ ਦਾ, ਭੇਦ ਭਾਵ ਦਾ, ਛੂਤ ਛਾਤ ਦਾ ਬਹੁਤ ਬੋਲਬਾਲਾ ਸੀ। ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਕੌਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਮ ਕਤ ਲੋਹੂ ਹਮ ਕਤ ਲੋਹੂ ਕਤ ਦੂਧ, ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਫਿਰ ਉਹਨਾਂ ਦੇ ਬਚਨ ਹਨ, ਹਮ ਕਰ ਸੂਤ ਤਨੇ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਜਿਹੜਾ ਜਨੇਊ ਤੁਸੀਂ ਆਪਣੇ ਗਲ ਦੇ ਵਿੱਚ ਧਾਰਨ ਕਰਦੇ ਹੋ, ਉਹ ਸਾਡੇ ਹੀ ਹੱਥਾਂ ਦਾ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਜਿਹੜੀ ਸੰਸਾਰ ਦੇ ਵਿੱਚ ਜਾਤ ਪਾਤ ਦੀ ਨਫ਼ਰਤ ਫੈਲੀ ਹੋਈ ਸੀ, ਉਹਨੂੰ ਦੂਰ ਕਰਨ ਵਾਸਤੇ ਕਬੀਰ ਸਾਹਿਬ ਜੀ ਨੇ ਬਹੁਤ ਭਾਰੀ ਉਦਮ ਕੀਤਾ, ਉਪਰਾਲਾ ਕੀਤਾ। ਵਾਕਿਆ ਹੀ ਇਹ ਸੱਚਾਈ ਹੈ ਕਿ ਜਿਹੜੇ ਆਪਾਂ ਆਪਣੇ ਜੀਵਨ ਦੇ ਵਿੱਚ ਵਰਤਣ ਵਾਲੀਆਂ ਵਸਤੂਆਂ ਹਨ, ਉਹਨਾਂ ਗਰੀਬਾਂ ਦੇ ਹੱਥਾਂ ਦੀਆਂ ਹੀ ਬਣੀਆਂ ਹੋਈਆਂ ਹਨ। ਆਪਾਂ ਉਸ ਤਰ੍ਹਾਂ ਤਾਂ ਉਹਨਾਂ ਨੂੰ ਨਫ਼ਰਤ ਕਰਦੇ ਹਾਂ। ਕੱਪੜਾ ਗਰੀਬ ਬਣਾਉਂਦੇ ਹਨ, ਜੋੜਾ ਗਰੀਬ ਬਣਾਉਂਦੇ ਹਨ, ਖੇਤਾਂ ਦੇ ਵਿੱਚ ਮਜ਼ਦੂਰੀ ਜਿਹੜੀ ਹੈ, ਹੱਡ ਪਸੀਨੇ ਦੀ, ਖੂਨ ਪਸੀਨੇ ਦੀ ਕਮਾਈ ਜਿਹੜੀ ਹੈ, ਉਹ ਗਰੀਬ ਕਰਦੇ ਹਨ, ਤਾਂ ਹੀ ਸਾਡੇ ਮੁੱਖ ਦੇ ਵਿੱਚ ਕੋਈ ਬੁਰਕੀ ਜਾਂਦੀ ਹੈ। ਉਹਨਾਂ ਆਖਿਆ ਕਿ ਜਿਹੜੇ ਤੁਹਾਡੇ ਗਲ ਦੇ ਵਿੱਚ ਜਨੇਊ ਹਨ, ਉਹ ਸਾਡੇ ਹੱਥਾਂ ਦੇ ਬਣੇ ਹੋਏ ਹਨ। ਉਸ ਤਰ੍ਹਾਂ ਭਾਵੇਂ ਤੁਸੀਂ ਸਾਨੂੰ ਚੰਗਾ ਆਖੋ ਜਾਂ ਮਾੜਾ ਆਖੋ। ਫਿਰ ਜਿਹੜੀਆਂ ਧਾਰਮਿਕ ਮਨੌਤਾਂ ਸਨ, ਲੋਕ ਕਰਮ ਕਾਂਡ ਦੇ ਵਿੱਚ ਫਸੇ ਹੋਏ ਸਨ। ਵਰਤ ਰੱਖਣਾ,
ਸ਼ੁਰੂ ਦੇ ਵਿੱਚ ਤਾਂ ਇਹ ਰਿਸ਼ੀਆਂ ਮੁਨੀਆਂ ਨੇ ਭਾਵ ਬਣਾਇਆ ਕਿ ਜਿਹੜਾ ਜੀਵ ਹੈ, ਮਨੁੱਖ ਹੈ, ਉਹ ਕੋਈ ਪਰਹੇਜ਼ਗਾਰ ਹੋਵੇ, ਇੱਕ ਦਿਨ ਵਰਤ ਰੱਖੇਗਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਨੂੰ ਪਰਹੇਜ਼ਗਾਰ ਹੋਣ ਦੀ ਜਾਚ ਆਵੇਗੀ। ਇਸਲਾਮੀ ਜਗਤ ਦੇ ਵਿੱਚ ਇਹ ਮੰਨਿਆ ਗਿਆ ਕਿ 1 ਮਹੀਨੇ ਬੰਦਾ ਰੋਜ਼ੇ ਰੱਖੇਗਾ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਉਸ ਨੂੰ ਪਰਹੇਜ਼ਗਾਰ ਹੋਣ ਦੀ ਜਾਚ ਆਵੇਗੀ। ਪਰ ਉਸ ਨੂੰ ਸਹੀ ਢੰਗ ਦੇ ਨਾਲ ਨਹੀਂ ਲਿਆ ਗਿਆ। ਇੱਕ ਦਿਨ ਵਰਤ ਰੱਖ ਲਿਆ, ਦੂਸਰੇ ਦਿਨ ਫਿਰ ਕਸਰਾਂ ਕੱਢ ਲਈਆਂ, 1 ਮਹੀਨਾ ਰੋਜ਼ੇ ਰੱਖ ਲਏ, ਬਾਕੀ ਸਮਾਂ ਫਿਰ ਉਸੇ ਤਰ੍ਹਾਂ ਹੀ ਖਾਓ ਪੀਓ, ਜੋ ਮਰਜ਼ੀ ਕਰੋ। ਕਬੀਰ ਸਾਹਿਬ ਜੀ ਨੇ ਆਖਿਆ, ਵਰਤ ਨਾ ਰਹੋ ਨਾ ਮਹਿਰਮ ਦਾਨਾ, ਤਿਸ ਸੇਵੀ ਜੋ ਰਖੈ ਨਿਦਾਨਾ। ਏਕ ਗੁਸਾਈ ਅੱਲੋ ਮੇਰਾ, ਹਿੰਦੂ ਤੁਰਕ ਦੋਹਾਂ ਨਿਬੇਰਾ। ਹਜ ਕਾਬੇ ਜਾਓ ਨਾ ਤੀਰਥ ਪੂਜਾ, ਏਕੋ ਸੇਵੀ ਔਰ ਨਾ ਦੂਜਾ। ਮੰਦਰ ਬਣੇ, ਮਸਜਿਦ ਬਣੇ, ਇਹ ਭਾਵ ਸੀ ਵੀ ਕਿਸੇ ਦਿਨ ਐਸਾ ਆਵੇ ਜਿਸ ਦਿਨ ਇਹ ਮਨੁੱਖ ਦਾ ਜਿਹੜਾ ਸਰੀਰ ਹੈ ਨਾ, ਇਹੀ ਮੰਦਰ ਬਣ ਜਾਵੇ। ਕੋਈ ਭਾਗਾ ਵਾਲਾ ਸਮਾਂ ਆਵੇ, ਇਹਦਾ ਸਰੀਰ ਹੀ ਮਸਜਿਦ ਬਣ ਜਾਵੇ। ਜਿਸ ਤਰ੍ਹਾਂ ਮੰਦਰ ਮਸਜਿਦ ਦੇ ਵਿੱਚੋਂ ਭਗਵਾਨ ਦੀ, ਖੁਦਾ ਦੀ ਆਵਾਜ਼ ਆਉਂਦੀ ਹੈ, ਇਸੇ ਤਰ੍ਹਾਂ ਇਹਦੇ ਸਰੀਰ ਵਿੱਚੋਂ ਵੀ ਭਗਵਾਨ ਦੀਆਂ, ਖੁਦਾ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣ। ਪਰ ਜਿਹੜੇ ਲੋਕ ਸਨ, ਇਹਨਾਂ ਦੇ ਵਿੱਚ ਹੀ ਫਸ ਕੇ ਰਹਿ ਗਏ। ਉਹਨਾਂ ਸਚਾਈਆਂ ਨੂੰ ਭਗਤ ਕਬੀਰ ਸਾਹਿਬ ਜੀ ਨੇ ਜਗਤ ਦੇ ਸਾਹਮਣੇ ਰੱਖਿਆ। ਜਿਹੜੇ ਮਤਸਵੀ ਲੋਕ ਸਨ, ਜਿਹੜੇ ਕਰਮਕਾਂਡੀ ਲੋਕ ਸਨ, ਉਹਨਾਂ ਨੂੰ ਇਹ ਗੱਲਾਂ ਪਸੰਦ ਨਹੀਂ ਸਨ। ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਸਨ, ਸਾਧ ਸੰਗਤ ਜੀ ਮੁਆਫ ਕਰਨਾ, ਅੱਜ ਵੀ ਕੁਝ ਧਰਮ ਦੇ ਠੇਕੇਦਾਰਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਨ ਉਹ ਅਪਣਾਈਆਂ ਹੋਈਆਂ ਹਨ। ਸਾਡੇ ਸਮਾਜ ਦੇ ਵਿੱਚੋਂ ਪੂਰਨ ਰੂਪ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਕੋੜ ਹੈ ਨਾ, ਅਜੇ ਖਤਮ ਨਹੀਂ ਹੋਇਆ ਹੈ, ਅਜੇ ਵੀ ਹੈਗੀਆਂ ਹਨ ਗੱਲਾਂ। ਅਜੇ ਵੀ ਕਈਆਂ ਘਰਾਂ ਦੇ ਵਿੱਚ ਗਰੀਬਾਂ ਦੇ ਭਾਂਡੇ ਵੱਖਰੇ ਦੇਖੇ ਜਾ ਸਕਦੇ ਹਨ। ਉਹ ਆਪਣੇ ਬਰਤਨਾਂ ਦੇ ਵਿੱਚ ਉਹਨਾਂ ਨੂੰ ਭੋਜਨ ਨਹੀਂ ਛਕਾਉਂਦੇ, ਉਹਨਾਂ ਨੂੰ ਜਲ ਨਹੀਂ ਛਕਾਉਂਦੇ ਹਨ ਵੀ ਜਿਹੜਾ ਬਰਤਨ ਹੈ ਪਿੱਟਿਆ ਨਾ ਜਾਵੇ ਕਿਧਰੇ। ਭਗਤਾਂ ਨੇ, ਸਤਿਗੁਰਾਂ ਨੇ ਸਾਨੂੰ ਇਹਨਾਂ ਗੱਲਾਂ ਦੇ ਵਿੱਚੋਂ ਬਾਹਰ ਕੱਢਿਆ ਹੈ। ਕਬੀਰ ਸਾਹਿਬ ਜੀ ਦੇ ਬਚਨ ਹਨ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਹੁਣ ਕੋਈ ਬੰਦਾ ਤੁਹਾਡੇ ਨਾਲ ਤਾਂ ਬੜਾ ਪ੍ਰੇਮ ਜਤਾਵੇ ਵੀ ਮੈਂ ਬੜਾ ਤੁਹਾਡੇ ਨਾਲ ਪ੍ਰੇਮ ਕਰਦਾ ਹਾਂ, ਪਰ ਤੁਹਾਡੇ ਬੱਚਿਆਂ ਦੇ ਨਾਲ ਨਫ਼ਰਤ ਕਰੇ, ਉਹ ਬੰਦਾ ਤੁਹਾਨੂੰ ਬਿਲਕੁਲ ਹੀ ਚੰਗਾ ਨਹੀਂ ਲੱਗੇਗਾ। ਇਸੇ ਤਰ੍ਹਾਂ ਜਿਤਨੀ ਵੀ ਖਲਕਤ ਹੈ, ਆਪਾਂ ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਬੱਚੇ ਹੀ ਤਾਂ ਹਾਂ। ਇਸ ਕਰਕੇ ਜੇ ਆਪਾਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਧਰਮੀ ਹੋਣ ਦਾ ਦਿਖਾਵਾ ਕਰੀਏ, ਜੇ ਵਾਹਿਗੁਰੂ ਜੀ ਦੀ ਖਲਕਤ ਦੇ ਨਾਲ ਪ੍ਰੇਮ ਨਹੀਂ ਨਾ ਕਰਾਂਗੇ, ਵਾਹਿਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਕਦੇ ਵਾਸਤੇ ਵੀ ਆਪਾਂ ਪ੍ਰਵਾਨ ਨਹੀਂ ਚੜ੍ਹ ਸਕਦੇ ਹਾਂ। ਦਿਖਾਵਾ ਭਾਵੇਂ ਜਿੰਨਾ ਮਰਜ਼ੀ ਧਰਮ ਦਾ ਆਪਾਂ ਕਰ ਲਈਏ। ਜਿਹੜੇ ਉਸ ਵਕਤ ਧਰਮ ਦੇ ਠੇਕੇਦਾਰ ਸਨ, ਉਹਨਾਂ ਨੇ ਸਮੇਂ ਦੇ ਹਾਕਮ ਸੁਲਤਾਨ ਲੋਧੀ ਦੇ ਕੋਲ ਸ਼ਿਕਾਇਤਾਂ ਲਗਾਈਆਂ ਵੀ ਇਹ ਤਾਂ ਇਸਲਾਮ ਦੀ ਵੀ ਨਿੰਦਾ ਕਰਦੇ ਹਨ, ਹਿੰਦੂ ਧਰਮ ਦੀ ਵੀ ਨਿੰਦਾ ਕਰਦੇ ਹਨ, ਬੁਰਾ ਭਲਾ ਆਖਦੇ ਹਨ। ਬਾਦਸ਼ਾਹ ਲੋਕ ਵੀ ਕੰਨਾਂ ਦੇ ਕੱਚੇ ਹੁੰਦੇ ਹਨ, ਸੱਚ ਝੂਠ ਦੀ ਘੱਟ ਪਰਖ ਕਰਦੇ ਹਨ। ਉਸ ਨੇ ਵੀ ਹੁਕਮ ਦੇ ਦਿੱਤਾ ਵੀ ਇਹਨਾਂ ਨੂੰ ਗੰਗਾ ਦੇ ਵਿੱਚ ਸੁੱਟ ਕੇ ਡੋਬ ਕੇ ਮਾਰ ਦਿੱਤਾ ਜਾਵੇ।
ਗੰਗਾ ਦੇ ਵਿੱਚ ਸੁੱਟਿਆ ਗਿਆ। ਭਗਤ ਕਬੀਰ ਸਾਹਿਬ ਜੀ ਦੇ ਬਚਨ ਹਨ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਗਨਾਥ। ਇੰਜੀ ਜਲ ਦੇ ਵਿੱਚ ਵੀ ਬੈਠੇ ਹੋਏ ਸਨ, ਮ੍ਰਿਗਸ਼ਾਲਾ ਦੇ ਉੱਪਰ, ਜਿਵੇਂ ਧਰਤੀ ਦੇ ਉੱਪਰ ਬੈਠੀ ਦਾ ਹੈ। ਫਿਰ ਆਖਿਆ ਚਲੋ ਹੁਣ ਇਹਨਾਂ ਨੂੰ ਖੂਨੀ ਹਾਥੀ ਦੇ ਅੱਗੇ ਸੁੱਟ ਕੇ ਇਹਨਾਂ ਨੂੰ ਉਹ ਹਾਥੀ ਜਿਹੜਾ ਹੈ ਲਿਤਾੜ ਦੇਵੇ, ਖਤਮ ਕਰ ਦੇਵੇ। ਇਹ ਹੁਕਮ ਕਰ ਦਿੱਤਾ। ਭਗਤ ਜੀ ਕਹਿੰਦੇ, ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੂਪ ਮੂੰਡ ਮੈਂ ਮਾਰਿਓ। ਹਸਤ ਭਾਗ ਕੈ ਚੀਸਾ ਮਾਰੈ, ਯਾ ਮੂਰਤ ਕੇ ਹਉ ਬਲਹਾਰੈ। आहे मेरे ठाकुर तुमरा जोर, काजी बकबो हस्ती तोर। रे महावत तुझ डारो काट, इसे तुरावो घालो साट। हस्त न तोरै धरै ध्यान, वाकै हृदय बसै भगवान। क्यों अपराध संत है कीना, बांध पोट कुंचर को दीना। कुंचर पोट लै लै नमस्कारै, बूझी नहीं काजी अंधियारै। तीन बार पतिया पर लीना, मन कठोर अजहू ना पतीना। कहो कबीर हमरा गोबिंद, चौथे पद में जन की जिंद। देखो एक जानवर है हाथी, ਉਹਨੂੰ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਮੇਰੇ ਅੱਗੇ ਬੰਦਾ ਹੈ ਉਹ ਕੋਈ ਸਧਾਰਨ ਵਿਅਕਤੀ ਨਹੀਂ, ਪ੍ਰਭੂ ਦਾ ਪਿਆਰਾ ਹੈ, ਭਗਤ ਹੈ। ਪਰ ਜਿਹੜੇ ਲੋਕ ਐਸੇ ਹਨ ਹੰਕਾਰ ਦੇ ਵਿੱਚ ਅੰਨੇ ਹੋਏ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਹੈ। ਹਾਥੀ ਤਾਂ ਨਮਸਕਾਰਾਂ ਕਰਦਾ ਹੈ। ਫਿਰ ਸਾਧ ਸੰਗਤ ਜੀ ਜਿਹੜਾ ਸੁਲਤਾਨ ਹੈ ਉਹ ਮੁਆਫੀ ਮੰਗਦਾ ਹੈ। ਅਖੀਰ ਦੇ ਵਿੱਚ ਭਗਤ ਜੀ ਨੇ ਇਹੀ ਉਪਦੇਸ਼ ਦਿੱਤਾ ਕਿ ਤੁਸੀਂ ਜਿਹੜਾ ਸੱਚ ਦਾ ਨਿਆਂ ਹੈ ਇਹ ਕਰੋ। ਥੋੜਾ ਬਹੁਤਾ ਹੀ ਤੁਹਾਨੂੰ ਅੱਲਾਹੁ ਅੱਲਾਹੁ ਕਰਨ ਦੇ ਨਾਲ ਭਾਗ ਲੱਗ ਜਾਣਗੇ, ਬਹੁਤੀ ਖਪਾਈ ਕਰਨ ਦੀ ਲੋੜ ਨਹੀਂ ਰਹੇਗੀ ਜੇ ਅਸੂਲਾਂ ਤੇ ਤੁਸੀਂ ਪੱਕੇ ਹੋ ਜਾਓ ਤਾਂ। ਇਸ ਤਰ੍ਹਾਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਸਾਰਾ ਪਰਉਪਕਾਰੀ ਜੀਵਨ ਹੈ, ਮਹਾਨ ਜੀਵਨ ਹੈ, ਕ੍ਰਾਂਤੀਕਾਰੀ ਜੀਵਨ ਹੈ। ਸਾਰੇ ਜੀਵਨ ਦੇ ਵਿੱਚ ਕਬੀਰ ਸਾਹਿਬ ਜੀ ਨੇ ਸਤ ਧਰਮ ਦਾ ਉਪਦੇਸ਼ ਦਿੱਤਾ। ਜਿਹੜੀਆਂ ਟੁੱਟੀਆਂ ਹੋਈਆਂ ਸੁਰਤਾਂ ਸਨ ਉਹਨਾਂ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜਿਆ। ਸਾਧ ਸੰਗਤ ਜੀ ਆਓ ਜੋ ਹੁਣ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੀ ਵਿਚਾਰਧਾਰਾ ਦੇ ਨਾਲ ਜੁੜਦਿਆਂ ਹੋਇਆ ਰਸਨਾ ਨੂੰ ਕਰੀਏ ਪਵਿੱਤਰ। ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ ਘਰ ਦੂਜਾ। ਸੋਹੀ ਰਾਗ ਦੇ ਵਿੱਚ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ। ਜਨਕ ਰਾਜ ਵਰਤਾਇਆ ਸਤਿਗੁਰ ਆਲੀਣਾ, ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਨਾ। ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਗੁਰੂ ਅਮਰਦਾਸ ਮਹਾਰਾਜ ਜੀ ਤੱਕ ਜਿਹੜਾ ਧਨ ਸੀ, ਪਦਾਰਥ ਸਨ, ਕੁਝ ਵੀ ਜਮ੍ਹਾਂ ਨਹੀਂ ਕੀਤਾ ਜਾਂਦਾ ਸੀ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਨਕ ਰਾਜ ਵਰਤਾ ਦਿੱਤਾ। ਆਖਿਆ ਜੇ ਧਨ ਆਉਂਦਾ ਹੈ ਉਹਨੂੰ ਪਰਉਪਕਾਰ ਵਾਸਤੇ ਖਰਚਣਾ ਚਾਹੀਦਾ ਹੈ, ਕੋਈ ਹਰਜ ਨਹੀਂ ਹੈ।
ਪਾਤਸ਼ਾਹ ਜੀ ਦੇ ਬਚਨ ਵੀ ਹਨ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਗੱਲ ਤਾਂ ਸੁਰਤ ਜੁੜਨ ਦੀ ਹੈ, ਧਿਆਨ ਜੁੜਨ ਦੀ ਹੈ। ਜੋ ਸ਼ਬਦ ਸੁਰਤ ਦਾ ਅਭਿਆਸ ਕਰਦੇ ਹਨ ਉਹ ਮਾਇਆ ਦੇ ਵਿੱਚ ਰਹਿ ਕੇ ਹੀ ਵਾਹਿਗੁਰੂ ਨੂੰ ਪਾ ਲੈਂਦੇ ਹਨ, ਨਿਰਲੇਪ ਰਹਿੰਦੇ ਹਨ। ਐਸੇ ਦੀਨ ਦਿਆਲ ਮਹਿਮਾ ਦੇ ਮਾਲਕ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਵਾਕ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੁਰ ਜੋ ਹੈ, ਰਾਗ ਜੋ ਹੈ ਉਹ ਸੂਹੀ, ਅਤੇ ਤਾਲ ਜੋ ਹੈ ਉਹ ਦੂਸਰੇ ਘਰ ਦੇ ਵਿੱਚ ਪਾਤਸ਼ਾਹ ਜੀ ਨੇ ਗਾਉਣ ਦੀ ਹਦਾਇਤ ਕੀਤੀ ਹੈ। ਸਭ ਤੋਂ ਪਹਿਲੇ ਮੂਲ ਮੰਗਲ ਕਰਦੇ ਹਨ। ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਭ ਦਾ ਪ੍ਰਕਾਸ਼ਕ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤਿ ਨਗਰੀ ਖੋਜ ਖੁਜਾਈ। ਗੁਰੂ ਦੀ ਮੱਤ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੇ ਵਿੱਚ ਇਹ ਸਾਨੂੰ ਸਿੱਖਿਆ ਦੇ ਰਹੇ ਹਨ, ਸਮਝਾ ਰਹੇ ਹਨ। ਇਹ ਸਰੀਰ ਰੂਪੀ ਜਿਹੜੀ ਨਗਰੀ ਹੈ ਇਸ ਨੂੰ ਖੋਜਣਾ ਕੀਤਾ। ਖੋਜ ਖੋਜਾਈ ਤੋਂ ਭਾਵ ਕਿ ਚੰਗੀ ਤਰ੍ਹਾਂ ਦੇ ਨਾਲ ਖੋਜਿਆ। ਆਪਾਂ ਕਹੀ ਨਾ ਕਿਸੇ ਨੂੰ ਵੀ ਜਾ ਫਲਾਣੀ ਜਗ੍ਹਾ ਤੇ ਫਲਾਣੀ ਚੀਜ਼ ਪਈ ਹੈ, ਚੁੱਕ ਕੇ ਲਿਆ। ਅਗਲਾ ਐਵੇਂ ਓਪਰੀ ਓਪਰੀ ਨਜ਼ਰ ਦੇ ਨਾਲ ਤੁਰ ਫਿਰ ਕੇ ਆ ਜਾਵੇ, ਆਖੇ ਮੈਨੂੰ ਤਾਂ ਦਿਖਾਈ ਨਹੀਂ ਦਿੰਦੀ। ਉਹਨੂੰ ਆਖੇ ਨਹੀਂ, ਚੰਗੀ ਤਰ੍ਹਾਂ ਦੇ ਨਾਲ ਜਾ ਕੇ ਦੇਖ, ਬਰੀਕੀ ਦੇ ਨਾਲ ਦੇਖ, ਫਿਰ ਪਤਾ ਚੱਲਦਾ ਹੈ। ਓਪਰੀ ਨਜ਼ਰ ਦੇ ਨਾਲ ਨਹੀਂ। ਜਦ ਆਪਾਂ ਬਾਣੀ ਨੂੰ ਓਪਰੀ ਨਜ਼ਰ ਦੇ ਨਾਲ ਪੜ੍ਹਦੇ ਹਾਂ ਬਹੁਤਾ ਲਾਭ ਨਹੀਂ ਮਿਲਦਾ ਹੈ। ਜਦ ਆਪਾਂ ਬਾਣੀ ਨੂੰ ਗਹਿਰਾਈ ਦੇ ਨਾਲ ਪੜ੍ਹਦੇ ਹਾਂ ਫਿਰ ਸਾਰੇ ਪਦਾਰਥ ਸਾਡੀ ਝੋਲੀ ਦੇ ਵਿੱਚ ਪੈ ਜਾਂਦੇ ਹਨ। ਸਰੀਰ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਨੇ ਬੜੀਆਂ ਬੜੀਆਂ ਕੀਮਤੀ ਅਮੋਲਕ ਚੀਜ਼ਾਂ, ਅਮੋਲਕ ਦਾਤਾਂ ਜਿਹੜੀਆਂ ਹਨ ਉਹ ਰੱਖੀਆਂ ਹੋਈਆਂ ਹਨ। ਇਸ ਦੇਹੀ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਸਭ ਓਪਤ ਜਿਤ ਸੰਸਾਰਾ। ਇਸ ਦੇਹੀ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਵਾਹਿਗੁਰੂ ਪਰਮੇਸ਼ਰ ਦਾ ਨਾਮ ਇਸ ਦੇਹੀ ਅੰਦਰ ਹੀ ਤਾਂ ਹੈ। ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਜਦ ਖੋਜ ਕੀਤੀ ਚੰਗੀ ਤਰ੍ਹਾਂ ਦੇ ਨਾਲ, ਹਰ ਹਰ ਨਾਮ ਪਦਾਰਥ ਪਾਈ। ਫਿਰ ਕਹਿੰਦੇ ਉਹ ਜੋ ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ ਉਹ ਸਾਨੂੰ ਪ੍ਰਾਪਤ ਹੋ ਗਿਆ। ਬੜਾ ਵੱਡਾ ਖਜ਼ਾਨਾ ਵਾਹਿਗੁਰੂ ਜੀ ਨੇ ਨਾਮ ਦਾ ਸਭਨਾਂ ਦੇ ਅੰਦਰ ਹੀ ਰੱਖਿਆ ਹੋਇਆ ਹੈ। ਕੋਈ ਜੀਵ ਵੀ ਐਸਾ ਨਹੀਂ ਜਿਸ ਦੇ ਅੰਦਰ ਨਾਮ ਦਾ ਖਜ਼ਾਨਾ ਨਹੀਂ, ਸਭ ਦੇ ਅੰਦਰ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਤਉ ਸਗਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵਈ। ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੈ ਪ੍ਰਗਟਾਵਈ। ਜੈਸੇ ਬਨ ਵਿਖੈ ਮਲਿਆਗਰ ਸੌਂਦਾ ਕਪੂਰ, ਸੋਧ ਕੇ ਸੁਬਾਸੀ ਸੁਬਾਸ ਬੇਸਾਵਈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਕਹਿੰਦੇ ਸਮੁੰਦਰ ਦੇ ਵਿੱਚ ਬੜੇ ਬੜੇ ਰਤਨ ਹੁੰਦੇ ਹਨ, ਪਰ ਜਿਹੜੇ ਕਿਨਾਰੇ ਕਿਨਾਰੇ ਤੇ ਘੁੰਮਣ ਵਾਲੇ ਹਨ ਉਹਨਾਂ ਨੂੰ ਸਿੱਪੀਆਂ ਮਿਲ ਜਾਂਦੀਆਂ ਹਨ, ਘੋਗੇ ਮਿਲ ਜਾਂਦੇ ਹਨ, ਸ਼ੰਖ ਮਿਲ ਜਾਂਦੇ ਹਨ। ਜੇ ਆਪਾਂ ਸਧਾਰਨ ਰੂਪ ਦੇ ਵਿੱਚ ਬਾਣੀ ਪੜਾਂਗੇ ਸਾਨੂੰ ਪਦਾਰਥ ਮਿਲ ਜਾਣਗੇ, ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਕਾਮਨਾਵਾਂ ਦੀ ਪੂਰਤੀ ਹੋ ਜਾਵੇਗੀ। ਪਰ ਜਦ ਆਪਾਂ ਬਾਣੀ ਨੂੰ ਭਿੱਜ ਕੇ ਪੜਾਂਗੇ, ਬਾਣੀ ਦੇ ਨਾਲ ਆਪਣਾ ਹਿਰਦਾ ਜੋੜਾਂਗੇ,
ਫਿਰ ਸਾਨੂੰ ਸਭ ਤੋਂ ਮਹਾਨ ਉੱਤਮ ਪਦਾਰਥ ਜਿਹੜਾ ਹੈ ਨਾ ਉਹ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਵੇਗੀ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇੱਕ ਤਾਂ ਬਾਣੀ ਦੇ ਵਿੱਚੋਂ ਸਿੱਖ ਨੇ ਖੋਜ ਕਰਨੀ ਹੈ, ਦੂਸਰਾ ਆਪਣੇ ਸਰੀਰ ਦੇ ਵਿੱਚੋਂ ਖੋਜ ਕਰਨੀ ਹੈ। ਬਾਣੀ ਦੇ ਵਿੱਚ ਇਸ਼ਾਰੇ ਦਿੱਤੇ ਹੋਏ ਹਨ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ, ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਹੁਣ ਬਾਣੀ ਦੇ ਵਿੱਚੋਂ ਖੋਜ ਕਰਕੇ ਫਿਰ ਆਪਾਂ ਆਪਣੇ ਸਰੀਰ ਵੱਲ ਆ ਜਾਣਾ ਹੈ। ਗੁਰਮਤ ਦੁਆਰਾ ਸਰੀਰ ਦੀ ਖੋਜ ਕਰਨੀ ਹੈ ਨਾ, ਗੁਰੂ ਦੀ ਮਤ ਦੁਆਰਾ, ਗੁਰੂ ਦੀ ਬਾਣੀ ਦੁਆਰਾ। ਜਿਹੜਾ ਦਾਸ ਨੇ ਬਚਨ ਪੜਿਆ ਹੈ, ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ, ਵੀ ਜਿਹੜੇ ਸਿਮਰਨ ਕਰਨ ਵਾਲੇ ਹਨ ਉਹਨਾਂ ਨੂੰ ਦੁੱਖ ਸਤਾਉਂਦਾ ਨਹੀਂ। ਉਹ ਦੁੱਖ ਨੂੰ ਵੀ ਇੰਝ ਹੀ ਬਤੀਤ ਕਰ ਲੈਂਦੇ ਹਨ ਜਿਵੇਂ ਸੁੱਖ ਨੂੰ ਬਤੀਤ ਕਰਦੇ ਹਨ। ਕਹਿੰਦੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਿਹੜੇ ਮਹਾਂਪੁਰਸ਼ ਸਨ, ਆਪਣੇ ਪੈਰ ਦਾ ਆਪਰੇਸ਼ਨ ਇੰਜ ਕਰਵਾ ਰਹੇ ਸਨ, ਦੇਖ ਰਹੇ ਸਨ ਜਿਵੇਂ ਕਿਸੇ ਦੂਸਰੇ ਦਾ ਆਪਰੇਸ਼ਨ ਹੋ ਰਿਹਾ ਹੋਵੇ। ਦੁੱਖ ਆਉਂਦਾ ਹੈ ਪਰ ਦੁੱਖ ਸਤਾਉਂਦਾ ਨਹੀਂ। ਕਿਹਨਾਂ ਨੂੰ? ਜਿਹੜੇ ਸਿਮਰਨ ਕਰਦੇ ਹਨ। ਆਪਣੇ ਸਰੀਰ ਦੀ ਖੋਜ ਕਰਨੀ ਹੈ। ਕਿਵੇਂ ਕਰਨੀ ਹੈ? ਬਾਣੀ ਦੁਆਰਾ ਕਰਨੀ ਹੈ। ਵੀ ਜਿਹੜੇ ਜਿਹੜੇ ਬਚਨ ਸਤਿਗੁਰ ਨੇ ਬਾਣੀ ਦੇ ਵਿੱਚ ਲਿਖੇ ਹੋਏ ਹਨ, ਕਿ ਉਹ ਬਰਕਤਾਂ ਸਾਡੇ ਸਰੀਰ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਹੈਗੀਆਂ ਹਨ। ਇਹ ਖੋਜ ਕਰਨੀ ਹੈ ਸਿੱਖ ਨੇ। ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼ ਹੋਏ ਹਨ। ਪਾਕਿਸਤਾਨ ਦੇ ਵਿੱਚ ਨਗਰ ਹੈ ਟੋਭਾ, ਟੇਕ ਸਿੰਘ ਉੱਥੇ ਕਥਾ ਕਰ ਰਹੇ ਸਨ ਸ੍ਰੀ ਸੁਖਮਨੀ ਸਾਹਿਬ ਜੀ ਦੀ। ਪੰਕਤੀਆਂ ਆਈਆਂ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇੱਕ ਮੁਸਲਮਾਨ ਨੇ ਮਹਾਂਪੁਰਸ਼ਾਂ ਦੇ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਸ਼ ਬੜੀ ਗਰੀਬੀ ਆ ਗਈ ਹੈ, ਕੋਈ ਕਿਰਪਾ ਹੋ ਜਾਵੇ। ਆਖਣ ਲੱਗੇ ਵੀ ਕਿਰਪਾ ਦਾ ਤੁਹਾਨੂੰ ਖਜ਼ਾਨਾ ਹੀ ਦੇ ਦਿੰਨੇ ਆ। ਇਹੀ ਤਾਂ ਸਤਿਪੁਰਸ਼ਾਂ ਦੀ ਮਹਿਮਾ ਹੁੰਦੀ ਹੈ। ਆਪਾਂ ਕਹਿੰਦੇ ਸਾਡੀ ਇੱਕ ਇੱਛਾ ਪੂਰੀ ਹੋ ਜਾਵੇ, ਫਿਰ ਦੂਸਰੀ ਕਿੱਥੋਂ ਪੂਰੀ ਕਰਾਂਗੇ, ਤੀਸਰੀ ਕਿੱਥੋਂ ਪੂਰੀ ਕਰਾਂਗੇ। ਸਤਿਪੁਰਸ਼ਾਂ ਦਾ ਵਿਚਾਰ ਹੁੰਦਾ ਹੈ ਵੀ ਇਹਨਾਂ ਨੂੰ ਖਜ਼ਾਨਾ ਹੀ ਦੇ ਦਈਏ, ਜਿੰਨੀਆਂ ਮਰਜ਼ੀ ਇਛਾਵਾਂ ਪੂਰੀਆਂ ਕਰਦੇ ਰਹਿਣ। ਉਹਨਾਂ ਆਖਿਆ ਕਿ ਇਹ ਪੰਕਤੀ ਜਿਹੜੀ ਹੈ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹਦਾ ਅਭਿਆਸ ਕਰ। ਉਸ ਮੁਸਲਮਾਨ ਕਰੀਮ ਬਖਸ਼ ਕਰਕੇ ਉਹਦਾ ਨਾਮ ਆਇਆ ਹੈ, ਜਲੰਧਰ ਦਾ ਰਹਿਣ ਵਾਲਾ ਸੀ। ਉਹਨੇ ਸਾਧ ਸੰਗਤ ਜਿਸ ਪੰਕਤੀ ਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸੇਵਾ ਕਰਦਿਆਂ ਹੱਥਾਂ ਦੇ ਨਾਲ ਸੇਵਾ, ਰਸਨਾ ਦੇ ਨਾਲ ਸਿਮਰਨ, ਬੜਾ ਅਭਿਆਸ ਕੀਤਾ। ਫਿਰ ਵਾਹਿਗੁਰੂ ਪਰਮੇਸ਼ਰ ਆਪੇ ਢੋ ਢੁਕਾਉਂਦਾ ਹੈ, ਆਪੇ ਸਬੱਬ ਬਣਾਉਂਦਾ ਹੈ। ਕਿਸੇ ਸਰਦਾਰ ਦੇ ਬਹੁਤ ਸਾਰੀ ਜ਼ਮੀਨ ਜਾਇਦਾਦ ਸੀ, ਸਮਝ ਲਓ ਵੀ 500,000 ਕਿੱਲਾ ਹੋਵੇਗਾ। ਉਹਨੇ ਆਖਿਆ ਵੀ ਮੇਰੇ ਨਾਲ ਕੰਮ ਕਰੇਗਾ? ਕਹਿੰਦੇ ਜੀ ਕਰਾਂਗਾ। ਇੰਨੀ ਨੇਕ ਨੀਅਤ ਦੇ ਨਾਲ ਕੰਮ ਕੀਤਾ। ਉਹਨੇ 10 ਕਿੱਲੇ ਇਹਨੂੰ ਫਰੀ ਦੇ ਵਿੱਚ ਦੇ ਦਿੱਤੇ। ਆਖਿਆ ਤੂੰ ਇਹ ਤੇਰੇ ਹਨ, ਇਹਦੇ ਨਾਂ ਹੀ ਲਵਾ ਦਿੱਤੇ। ਜਿਹਦੇ ਕੋਲ 500 ਹੈ ਉਹਨੂੰ 10 ਦੇਣ ਲੱਗਿਆ, ਕਿਹੜੀ ਕੋਈ ਮੁਸ਼ਕਲ ਹੈ। ਸਹਿਜੇ ਸਹਿਜੇ ਕਹਿੰਦੇ ਫਿਰ ਕਿਰਤ ਕਰ ਕਰਕੇ
4 ਮਰਬਿਆਂ ਦਾ ਮਾਲਕ ਬਣ ਗਿਆ, ਪਿੰਡ ਦਾ ਨੰਬਰਦਾਰ ਵੀ ਬਣ ਗਿਆ। ਫਿਰ ਮਹਾਂਪੁਰਸ਼ਾਂ ਦੇ ਕੋਲ ਆਇਆ, ਆਖਣ ਲੱਗੀ ਇਹ ਲੋਕ ਤਾਂ ਸਵਾਰ ਦਿੱਤਾ ਹੈ, ਹੁਣ ਪਰਲੋਕ ਵੀ ਸਵਾਰ ਦਿਓ। ਆਖਣ ਲੱਗੇ ਚੰਗਾ, ਫਿਰ ਹੁਣ ਦੂਸਰੀ ਪੰਕਤੀ ਦਾ ਅਭਿਆਸ ਕਰ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸਾਰਾ ਕੁਝ ਹੀ ਹੈ ਸਤਿਗੁਰ ਦੀ ਬਾਣੀ ਦੇ ਵਿੱਚ, ਪਰਮੇਸ਼ਰ ਦੇ ਨਾਮ ਦੇ ਵਿੱਚ। ਜੇਕਰ ਆਪਾਂ ਦ੍ਰਿੜਤਾ ਦੇ ਨਾਲ ਇਹਦਾ ਅਭਿਆਸ ਕਰੀਏ, ਸਾਰੇ ਖਜ਼ਾਨੇ ਜਿਹੜੇ ਹਨ ਸਾਨੂੰ ਸਰੀਰ ਦੇ ਅੰਦਰੋਂ ਹੀ ਪ੍ਰਾਪਤ ਹੋ ਜਾਂਦੇ ਹਨ। ਗੁਰੂ ਦੀ ਮੱਤ ਦੁਆਰਾ ਕਹਿੰਦੇ ਜਦ ਸਰੀਰ ਰੂਪੀ ਨਗਰੀ ਦੀ ਖੋਜ ਕੀਤੀ, ਫਿਰ ਜਿਹੜਾ ਸਭ ਤੋਂ ਮਹਾਨ ਉੱਤਮ ਪਦਾਰਥ ਹੈ ਪ੍ਰਭੂ ਦਾ ਨਾਮ ਪਦਾਰਥ, ਉਹ ਕਹਿੰਦੇ ਸਾਨੂੰ ਪ੍ਰਾਪਤ ਹੋ ਗਿਆ। ਮੇਰਾ ਮਨ ਹਰ ਹਰ ਸ਼ਾਂਤ ਵਸਾਈ। ਫੇ ਮੇਰੇ ਮਨ ਕਹਿੰਦੇ ਇਸ ਪ੍ਰਭੂ ਦੇ ਨਾਮ ਦੁਆਰਾ ਕਹਿੰਦੇ ਮਨ ਦੇ ਵਿੱਚ ਸ਼ਾਂਤੀ ਆ ਗਈ। ਤਿਸਨਾ ਅਗਨ 부ਜੀ ਖਿਨ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ। ਗੁਰੂ ਨੂੰ ਮਿਲ ਕੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਅਗਨ ਭਟਕਦੀ ਰਹਿੰਦੀ ਸੀ, ਜਲਦੀ ਰਹਿੰਦੀ ਸੀ, ਉਹ ਕਹਿੰਦੇ ਬੁਝ ਗਈ। ਜਿਹੜਾ ਜੀਵਨ ਹੈ ਉਹ ਜਥਾ ਲਾਭ ਤਥਾ ਸੰਤੁਸ਼ਟ ਹੋ ਗਿਆ। ਇਹੀ ਮੁਸ਼ਕਲ ਹੈ ਨਾ ਬੰਦੇ ਦੀ। ਬੰਦਾ ਚਾਦਰ ਵੇਖ ਕੇ ਆਪਣੇ ਪੈਰ ਨਹੀਂ ਪਸਾਰਦਾ ਹੈ, ਤਾਂ ਹੀ ਤਾਂ ਤੰਗ ਹੁੰਦਾ ਹੈ, ਤਾਂ ਹੀ ਤਾਂ ਦੁਖੀ ਹੁੰਦਾ ਹੈ। ਜਿੰਨੀ ਕੁ ਚਾਦਰ ਹੈਗੀ ਹੈ ਉਹਨੇ ਪੈਰ ਪਸਾਰ ਲਓ, ਕੋਈ ਤੰਗੀ ਨਹੀਂ, ਕੋਈ ਮੁਸ਼ਕਲ ਨਹੀਂ। ਜੇ ਨਹੀਂ ਮੋਟਰਸਾਈਕਲ ਚੱਲਦਾ, ਸਾਈਕਲ ਤੇ ਗੁਜ਼ਾਰਾ ਕਰ ਲਓ, ਕੋਈ ਗੱਲ ਨਹੀਂ। ਕਰਜ਼ਾ ਚੁੱਕਣ ਦੀ ਕੀ ਲੋੜ ਹੈ। ਕਹਿੰਦੇ ਜੀਵਨ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਨਾ, ਉਹ ਬੁਝ ਗਈ। ਜਿਹੜਾ ਜੀਵਨ ਸੀ ਸੰਤੋਖੀ ਹੋ ਗਿਆ, ਜਥਾ ਲਾਭ ਤਥਾ ਸੰਤੁਸ਼ਟ ਹੋ ਗਿਆ। ਐਸੀ ਸਤਿਗੁਰ ਨੇ ਮਿਹਰ ਕੀਤੀ, ਕਿਰਪਾ ਕੀਤੀ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਹਰ ਗੁਣ ਗਾਵਾ ਜੀਵਾ ਮੇਰੀ ਮਾਈ। ਏ ਮੇਰੀ ਮਾਈ, ਕਿਉਂਕਿ ਸੰਪਰਦਾਇ ਮਹਾਂਪੁਰਸ਼ ਇਹਦੇ ਅਰਥ ਕਰਿਆ ਕਰਦੇ ਹਨ ਵੀ ਇਹ ਮਹਾਂਪੁਰਸ਼ਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਾਂ ਸਤਿਗੁਰੂ ਨੂੰ ਸੰਬੋਧਨ ਕੀਤਾ ਜਾਂਦਾ ਹੈ। ਜਿੱਥੇ ਮਾਈ ਦੀ ਗੱਲ ਆਵੇ ਜਾਂ ਪਿਓ ਦੀ ਗੱਲ ਆਵੇ, ਵਾਹਿਗੁਰੂ ਦੇ ਪਿਆਰੇ ਜਾਂ ਸਤਿਗੁਰ ਹੀ ਮਾਂ-ਬਾਪ ਦਾ ਰੂਪ ਹੋਇਆ ਕਰਦੇ ਹਨ। ਹੇ ਮੇਰੀ ਮਾਈ, ਕਹਿੰਦੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹਾਂ ਤਾਂ ਹੀ ਜੀਂਦਾ ਹਾਂ, ਤਾਂ ਹੀ ਮੈਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ। ਦਿਆਲੂ ਸਤਿਗੁਰੂ ਨੇ ਕਹਿੰਦੇ ਸਾਨੂੰ ਗੁਣ ਦ੍ਰਿੜ ਕਰਵਾ ਦਿੱਤੇ, ਪ੍ਰਭੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਪੱਕਾ ਕਰਵਾ ਦਿੱਤਾ। ਹਰ ਪ੍ਰਭ ਪਿਆਰਾ ਢੂੰਡ ਢੂੰਡਾਈ। ਕਹਿੰਦੇ ਮੈਂ ਉਹ ਵਾਹਿਗੁਰੂ ਪਰਮੇਸ਼ਰ ਜੋ ਪਿਆਰਾ ਹੈ ਉਸ ਦੀ ਢੂੰਡ ਕੀਤੀ, ਖੋਜ ਕੀਤੀ। ਸਤ ਸੰਗਤ ਮਿਲ ਹਰ ਰਸ ਪਾਈ। ਕਿੱਥੇ ਲੱਭਾ ਵਾਹਿਗੁਰੂ ਦਾ, ਜੋ ਵਾਹਿਗੁਰੂ ਪਰਮੇਸ਼ਰ ਸੀ, ਉਹਦਾ ਰਸ ਸੀ, ਆਨੰਦ ਸੀ। ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਦ ਸੰਗਤ ਦੇ ਵਿੱਚ ਆ ਕੇ ਬੈਠੇ, ਗੁਰੂ ਦੀ ਸੰਗਤ ਦੇ ਵਿੱਚ, ਗੁਰੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ, ਉੱਥੋਂ ਫਿਰ ਕਹਿੰਦੇ ਸਾਨੂੰ ਰਸ ਦੀ ਪ੍ਰਾਪਤੀ ਹੋਈ। ਉੱਥੇ ਆ ਕੇ ਸਾਡਾ ਮਨ ਜਿਹੜਾ ਸੀ ਟਿਕਿਆ। ਹੋਰ ਮਸਤਕ ਲੇਖ ਲਿਖੇ ਹਰ ਪਾਈ। ਇੱਕ ਤਾਂ ਜਦ ਵਾਹਿਗੁਰੂ ਪਰਮੇਸ਼ਰ ਧੁਰ ਤੋਂ ਲੇਖ ਲਿਖਦਾ ਹੈ, ਫਿਰ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਜਿਵੇਂ ਬੰਦਾ ਸੇਵਾ ਕਰਦਾ ਹੈ, ਜਿਵੇਂ ਜਿਵੇਂ ਬੰਦਾ ਸਿਮਰਨ ਕਰਦਾ ਹੈ, ਜਿਵੇਂ ਜਿਵੇਂ ਬੰਦਾ ਪਰਉਪਕਾਰ ਕਰਦਾ ਹੈ, ਇਹਦੇ ਲੇਖ, ਇਹਦੀਆਂ ਲਕੀਰਾਂ ਪਹਿਲਾਂ ਵਾਲੀਆਂ ਨਹੀਂ ਰਹਿ ਜਾਂਦੀਆਂ। ਵਾਹਿਗੁਰੂ ਪਰਮੇਸ਼ਰ ਨਾਲੋਂ ਨਾਲ ਬਦਲੀ ਜਾਂਦਾ ਹੈ, ਲਿਖੀ ਜਾਂਦਾ ਹੈ। ਆਪਾਂ ਕਹਿ ਦਿੰਦੇ ਜੋ ਲੇਖਾਂ ਦੇ ਵਿੱਚ ਹੋਵੇਗਾ ਮਿਲ ਜਾਵੇਗਾ। ਜਿਹੜੇ ਪਿਛਲੇ ਲਿਖੇ ਗਏ ਉਹ ਤਾਂ ਲਿਖੇ ਗਏ, ਹੁਣ ਦੇ ਜੀਵਨ ਦੇ ਵਿੱਚ ਜਿੱਦਾਂ ਦੇ ਆਪਾਂ ਕਰਮ ਕਰਾਂਗੇ ਉਸ ਤਰ੍ਹਾਂ ਦੇ ਹਿਸਾਬ ਦੇ ਨਾਲ ਫਿਰ ਬਦਲਦੇ ਜਾਣਗੇ।
ਪੂਰਬਲੇ ਬੜੇ ਚੰਗੇ ਹਨ, ਹੁਣ ਦੇ ਮੇਰੇ ਕਰਮ ਚੰਗੇ ਨਹੀਂ। ਚੰਗੇ ਲੇਖ ਵੀ ਮਾੜੇ ਹੋ ਜਾਣਗੇ। ਜੇ ਪੂਰਬਲੇ ਮਾੜੇ ਹਨ, ਜੇ ਹੁਣ ਦਾ ਮੇਰਾ ਸਿਮਰਨ ਹੈ, ਬਾਣੀ ਹੈ, ਸੇਵਾ ਹੈ, ਪਰਉਪਕਾਰ ਹੈ, ਤਾਂ ਮਾੜੇ ਨਹੀਂ ਰਹਿ ਜਾਣਗੇ, ਪੁੱਠੇ ਵੀ ਸਿੱਧੇ ਹੋ ਜਾਣਗੇ। ਜਿਹੜਾ ਮੱਥਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਲੱਗ ਜਾਂਦਾ ਹੈ, ਉਹਦੇ ਮੱਥੇ ਦੇ ਲੇਖ ਬਦਲ ਜਾਂਦੇ ਹਨ। ਇਸ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਜਦ ਮੱਥੇ ਦੇ ਉੱਪਰ ਲੇਖ ਲਿਖੇ, ਜਿਵੇਂ ਜਿਵੇਂ ਕਹਿੰਦੇ ਫਿਰ ਉਸ ਦੀ ਮਿਹਰ ਹੋਈ। ਗੁਰ ਨਾਨਕ ਤੁਠਾ ਮਿਲੈ ਹਰ ਭਾਈ। ਦੂਸਰਾ ਕਹਿੰਦੇ ਜਦ ਗੁਰੂ ਨਾਨਕ ਸਾਹਿਬ ਤਰੁੱਠਦੇ ਹਨ, ਉਦੋਂ ਫਿਰ ਕਹਿੰਦੇ ਕਿਸੇ ਨੂੰ ਜੋ ਮਿਲਾਪ ਹੈ ਉਹ ਹਾਸਲ ਹੁੰਦਾ ਹੈ। ਬੰਦਾ ਸਿਮਰਨ ਕਰੀ ਜਾਵੇ, ਸੇਵਾ ਕਰੀ ਜਾਵੇ, ਪਰਉਪਕਾਰ ਦੇ ਜਿਹੜੇ ਕਾਰਜ ਹਨ ਉਹ ਕਰਦਾ ਰਹੇ ਅਤੇ ਨਾਲ ਦੀ ਨਾਲ ਅਰਦਾਸਾਂ ਕਰਦਾ ਰਹੇ। ਫਿਰ ਪੁੱਠੇ ਲੇਖ ਵੀ ਜਿਹੜੇ ਹਨ ਉਹ ਸਿੱਧੇ ਹੋ ਜਾਂਦੇ ਹਨ। ਪ੍ਰਭੂ ਦੀ ਮਿਹਰ ਹੋ ਜਾਂਦੀ ਹੈ, ਗੁਰੂ ਦੇ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ। ਫਿਰ ਕਹਿੰਦੇ ਇਹ ਜੋ ਜੀਵਨ ਯਾਤਰਾ ਹੈ ਉਹ ਸਫਲੀ ਹੋ ਜਾਂਦੀ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੀ ਵਿਚਾਰ ਵੀ ਆਪਾਂ ਸਰਵਣ ਕਰੀਏ ਜੀ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਸੁਰਤੀ ਸੁਰਤ ਰਲਾਈਐ ਏਤ। ਉਸ ਸੁਰਤੀ ਦੇ ਵਿੱਚ, ਵਾਹਿਗੁਰੂ ਦੇ ਵਿੱਚ, ਪਰਮਾਤਮਾ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਆਪਣੀ ਸੁਰਤ ਨੂੰ ਰਲਾਉਣਾ ਚਾਹੀਦਾ ਹੈ, ਜੋੜਨਾ ਚਾਹੀਦਾ ਹੈ, ਆਪਣੀ ਸੁਰਤ ਨੂੰ ਮਿਲਾਉਣਾ ਚਾਹੀਦਾ ਹੈ। ਕਿਉਂਕਿ ਵਿਦਵਾਨ ਲੋਕ ਇਸ ਤਰ੍ਹਾਂ ਮੰਨਦੇ ਹਨ, ਇੱਕ ਧਿਆਤਾ ਹੁੰਦਾ ਹੈ, ਇੱਕ ਧਿਆਨ ਹੁੰਦਾ ਹੈ, ਇੱਕ ਧੇ ਹੁੰਦਾ ਹੈ, ਇੱਕ ਗਿਆਤਾ ਹੁੰਦਾ ਹੈ, ਇੱਕ ਗਿਆਨ ਹੁੰਦਾ ਹੈ, ਇੱਕ ਗੇ ਹੁੰਦਾ ਹੈ। ਜਦ ਬੰਦਾ ਸਿਮਰਨ ਕਰਦਾ ਹੈ ਫਿਰ ਇਹ ਤਿੰਨਾਂ ਦਾ ਭੇਦ ਮਿਟ ਜਾਂਦਾ ਹੈ। ਜਿਸ ਤਰ੍ਹਾਂ ਇੱਕ ਬੰਦੂਕ ਹੈ, ਇੱਕ ਬੰਦੂਕ ਨੂੰ ਚਲਾਉਣ ਵਾਲਾ ਹੈ, ਇੱਕ ਜਿੱਥੇ ਜਾ ਕੇ ਨਿਸ਼ਾਨਾ ਲੱਗਣਾ ਹੈ। ਬੰਦੂਕ ਚੱਲਦੀ ਰਵੇ, ਖੜਕਾ ਦੜਕਾ ਹੁੰਦਾ ਰਵੇ, ਨਿਸ਼ਾਨਾ ਸਹੀ ਜਗ੍ਹਾ ਤੇ ਲੱਗੇ ਨਾ, ਫਿਰ ਕਹਿੰਦੇ ਨੰਬਰ ਨਹੀਂ ਮਿਲਦੇ ਹਨ। ਇਸੇ ਤਰ੍ਹਾਂ ਸਾਡਾ ਸਿਮਰਨ ਕੀਤਾ ਹੋਇਆ ਸਫਲਾ ਹੋਵੇ, ਸਾਡਾ ਨਿਸ਼ਾਨਾ ਜਿਹੜਾ ਹੈ ਨਾ ਸਿੱਧਾ ਲੱਗੇ, ਗੁਰੂ ਦੀ ਮਿਹਰ ਹੋਵੇ। ਆਪਣੀ ਸੁਰਤ ਨੂੰ ਉਸ ਸੁਰਤੀ ਦੇ ਵਿੱਚ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੋੜਨਾ ਕੀਤਾ। ਤਨ ਕਰ ਤੁਲਹਾ ਲੰਘਹਿ ਜੀਤ। ਸਰੀਰ ਨੂੰ ਮਹਾਰਾਜ ਕਹਿੰਦੇ ਤੁਲਹਾ ਬਣਾਇਆ, ਉਸ ਦੇ ਉੱਪਰ ਕਹਿੰਦੇ ਸਵਾਰ ਹੋ ਕੇ ਫਿਰ ਕਹਿੰਦੇ ਭਵ ਸਾਗਰ ਨੂੰ ਪਾਰ ਕੀਤਾ। ਇਹ ਸਰੀਰ ਦੇ ਜਿਹੜੇ ਨੇਕ ਕਰਮ ਸਨ ਉਹਨਾਂ ਦਾ ਇੱਕ ਤੁਲਹਾ ਤਿਆਰ ਕੀਤਾ। ਅੰਤਰ ਭਾਹੇ ਤਿਸੈ ਤੂੰ ਰੱਖ। ਕਹਿੰਦੇ ਜੋ ਅੰਤਰ ਬ੍ਰਹਮ ਅਗਨੀ ਹੈ ਉਸ ਨੂੰ ਤੂੰ ਰੱਖਣਾ ਕਰ, ਉਸ ਦੀ ਸੰਭਾਲ ਕਰ। ਸੰਪਰਦਾਇ ਮਹਾਂਪੁਰਸ਼ਾਂ ਨੇ ਇਸ ਤਰ੍ਹਾਂ ਅਰਥ ਕੀਤੇ ਹਨ, ਵਿਦਵਾਨਾਂ ਨੇ ਅਰਥ ਕੀਤੇ ਹਨ ਵੀ ਜਿਹੜੀ ਤ੍ਰਿਸ਼ਨਾ ਰੂਪੀ ਅਗਨ ਹੈ ਉਸ ਨੂੰ ਤੂੰ ਉਸ ਤੋਂ ਬਚ ਕੇ ਰਹਿ, ਉਹਦੀ ਰੱਖਿਆ ਕਰ। ਤਹਨ ਸੁਦੀਵਾ ਬਲੈ ਅਥਕ। ਫਿਰ ਦਿਨੇ ਰਾਤ ਤੇਰੇ ਅੰਦਰ ਗਿਆਨ ਦਾ ਦੀਪਕ ਜਿਹੜਾ ਹੈ ਉਹ ਬਲ ਪਵੇਗਾ। ਐਸਾ ਦੀਵਾ ਨੀਰਤ ਰਾਏ। ਇਹ ਸਨਾਤਨ ਮਤ ਦਾ ਇੱਕ ਕਰਮ ਕਾਂਡ ਹੈ। ਉਹ ਤੁਲਹੇ ਦੇ ਉੱਪਰ ਭਾਵ ਲੱਕੜੀਆਂ ਆਦਿਕ ਦਾ ਇੱਕ ਤੁਲਹਾ ਬਣਾ ਕੇ ਬੇੜੀ ਦੀ ਤਰ੍ਹਾਂ ਉਹਦੇ ਉੱਪਰ ਦੀਵੇ ਰੱਖ ਕੇ ਨਦੀਆਂ ਦੇ ਉੱਪਰ ਤਾਰਦੇ ਹਨ। ਸਨਾਤਨ ਮਤ ਦਾ ਇੱਕ ਕਰਮ ਕਾਂਡ ਹੈ। ਮਹਾਰਾਜ ਉਥੋਂ ਉਦਾਹਰਣ ਲੈ ਕੇ ਫਿਰ ਸਿੱਖਿਆ ਦਿੰਦੇ ਹਨ ਕਿ ਤੂੰ ਇੱਕ ਤਾਂ ਚੰਗੇ ਕਰਮਾਂ ਦਾ ਤੁਲਹਾ ਬਣਾ, ਸਰੀਰ ਦੇ ਨਾਲ ਨੇਕ ਕਰਮ ਕਰ। ਇਹ ਤੁਲਹਾ ਹੈ। ਕਹਿੰਦੇ ਇਸ ਤਰ੍ਹਾਂ ਦੇ ਨਾਲ ਤੂੰ ਆਪਣਾ ਜਿਹੜਾ ਦੀਵਾ ਹੈ ਨਾ ਗਿਆਨ ਦਾ,
ਉਸ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਹੋਵੇਗਾ। ਉਹਨੂੰ ਕਹਿੰਦੇ ਜੀਵਨ ਦੀ ਨਦੀ ਦੇ ਵਿੱਚ ਤਾਰਨਾ ਕਰ। ਜਿਤ ਦੀਵੈ ਸਭ ਸੋਜੀ ਪਾਏ। ਇਸ ਗਿਆਨ ਰੂਪੀ ਦੀਵੇ ਦੇ ਨਾਲ ਕਹਿੰਦੇ ਤੈਨੂੰ ਸਾਰੀ ਸੋਝੀ ਹੋ ਜਾਵੇਗੀ, ਸਮਝ ਪੈ ਜਾਵੇਗੀ। ਰਹਾਉ ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ। ਹਸੀ ਮਿੱਟੀ ਸੋਜੀ ਹੋਏ। ਦੀਵਾ ਕਿਵੇਂ ਤਿਆਰ ਕਰਨਾ ਹੈ? ਕਹਿੰਦੇ ਜਿਵੇਂ ਚੰਗੀ ਮਿੱਟੀ ਦੇ ਨਾਲ ਉਹਨੂੰ ਗੁੰਨ ਕੇ ਫਿਰ ਦੀਵਾ ਤਿਆਰ ਕਰੀਦਾ ਹੈ ਨਾ, ਦੀਵਾ ਬਣਾਈਦਾ ਹੈ, ਜੋ ਘੁਮਿਆਰ ਹੈ ਬਣਾਉਂਦਾ ਹੈ। ਇਸ ਤਰ੍ਹਾਂ ਕਹਿੰਦੇ ਤੂੰ ਨੇਕ ਕਰਮਾਂ ਦੀ ਜਿਹੜੀ ਮਿੱਟੀ ਹੈ ਨਾ ਉਹਨੂੰ ਗੁੰਨਣਾ ਕਰ, ਉਹਦੇ ਨਾਲ ਕਹਿੰਦੇ ਤੂੰ ਦੀਵਾ ਤਿਆਰ ਕਰ। ਤਾ ਕਾ ਕੀਆ ਮਾਨੈ ਸੋਏ। ਜਿਹੜੇ ਇਸ ਤਰ੍ਹਾਂ ਦੇ ਨਾਲ ਦੀਵਾ ਤਿਆਰ ਕਰਦੇ ਹਨ, ਫਿਰ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਹੋਏ ਨੂੰ ਮੰਨਣਾ ਕਰ, ਉਹਦੇ ਭਾਣੇ ਦੇ ਵਿੱਚ ਚੱਲ। ਕਰਨੀ ਤੇ ਕਰ ਚੱਕੋ ਢਾਲ। ਜਿਹੜੇ ਕਹਿੰਦੇ ਚੱਕਾ ਘੁੰਮਦਾ ਜਾਂਦਾ ਹੈ ਨਾ ਘੁਮਿਆਰ ਦਾ, ਉਹਦੇ ਉੱਪਰ ਦੀਵੇ ਆਦਿਕ ਬਣਦੇ ਜਾਂਦੇ ਹਨ। ਤੇਰੇ ਵੀ ਨੇਕ ਕਰਮਾਂ ਦਾ ਚੱਕਰ ਘੁੰਮਦਾ ਹੀ ਰਵੇ ਸਾਰਾ ਜੀਵਨ। ਤੇਰੇ ਜੀਵਨ ਦੇ ਵਿੱਚ ਚੰਗੇ ਕਰਮਾਂ ਦਾ ਚੱਕਰ ਕਦੇ ਘੁੰਮਣੋਂ ਹਟੇ ਨਾ। ਕਰਨੀ ਤੇ ਕਰ ਚੱਕੋ ਢਾਲ। ਉਸ ਨੇਕ ਕਰਮਾਂ ਦੇ ਚੱਕ ਦੇ ਉੱਪਰ ਰੱਖ ਕੇ ਕਹਿੰਦੇ ਤੂੰ ਇਹ ਜਿਹੜਾ ਦੀਵਾ ਹੈ ਨਾ ਨੇਕ ਕਮਾਈ ਦਾ, ਸ਼ੁਭ ਕਰਮਾਂ ਦਾ, ਇਹ ਬਣਾਉਣਾ ਕਰ। ਐਥੈ ਓਥੈ ਨਿਭਹੀ ਨਾਲ। ਇਹ ਐਸਾ ਦੀਵਾ ਹੈ ਜਿਹੜਾ ਕਹਿੰਦੇ ਜਿਸ ਨੂੰ ਦੇਲੀ ਦੀਪਕ ਆਖ ਦਿੰਦੇ ਹਨ। ਇੱਥੇ ਵੀ ਚਾਨਣ ਕਰਦਾ ਹੈ, ਅੱਗੇ ਵੀ ਚਾਨਣ ਕਰਦਾ ਹੈ। ਲੋਕ ਨੂੰ ਸੁਖੀ ਬਣਾਉਂਦਾ ਹੈ, ਪਰਲੋਕ ਨੂੰ ਸੁਹੇਲਾ ਬਣਾਉਂਦਾ ਹੈ। ਜਿਹਦੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਜਲ ਜਾਂਦਾ ਹੈ। ਆਪੇ ਨਦਰ ਕਰੇ ਜਾਂ ਸੋਏ। ਵਾਹਿਗੁਰੂ ਪਰਮੇਸ਼ਰ ਆਪ ਹੀ ਕਿਸੇ ਦੇ ਉੱਪਰ ਮਿਹਰ ਦੀ ਨਜ਼ਰ ਪਾਉਂਦਾ ਹੈ। ਗੁਰਮੁਖ ਵਿਰਲਾ ਬੂਝੈ ਕੋਏ। ਵਿਰਲਾ ਗੁਰਮੁਖ ਜੋ ਹੈ ਉਹ ਇਸ ਗਿਆਨ ਦੀ ਵਿਚਾਰ ਨੂੰ ਸਮਝਦਾ ਹੈ। ਤਿਤ ਕਟ ਦੀਵਾ ਨਿਹ ਚਲ ਹੋਏ। ਐਸੇ ਗੁਰਮੁਖ ਦੇ ਅੰਦਰ ਫਿਰ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਐਸਾ ਗਿਆਨ ਦਾ ਦੀਵਾ ਜਲ ਜਾਂਦਾ ਹੈ। ਪਾਣੀ ਮਰੈ ਨਾ ਬੁਝਾਇਆ ਜਾਏ। ਜਿਹੜਾ ਕਹਿੰਦੇ ਸਦਾ ਵਾਸਤੇ ਜਗਦਾ ਹੀ ਰਹਿੰਦਾ ਹੈ, ਕਦੇ ਬੁਝਦਾ ਨਹੀਂ, ਹਿਲਦਾ ਨਹੀਂ। ਕੁਸੰਗਤ ਦੇ ਪ੍ਰਭਾਵ ਕਰਕੇ ਉਹ ਦੀਵਾ ਜਿਹੜਾ ਹੈ ਨਾ ਕੁਸੰਗਤ ਦੇ ਵਿੱਚ ਡੁੱਬਦਾ ਨਹੀਂ ਹੈ। ਵਿਸ਼ੇ ਵਿਕਾਰਾਂ ਦੀ ਹਵਾ ਦੇ ਨਾਲ ਵੀ ਉਹ ਦੀਵਾ ਜਿਹੜਾ ਹੈ ਨਾ ਬੁਝਦਾ ਨਹੀਂ ਹੈ। ਇੱਕ ਵਾਰੀ ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਬਲ ਜਾਂਦਾ ਹੈ ਫਿਰ ਸਦਾ ਹੀ ਜਗਦਾ ਰਹਿੰਦਾ ਹੈ। ਐਸਾ ਦੀਵਾ ਨੀਰ ਤਰਾਏ। ਮਹਾਰਾਜ ਕਹਿੰਦੇ ਤੂੰ ਵੀ ਐਸਾ ਦੀਵਾ ਜਿਹੜਾ ਹੈ ਨਾ ਪਾਣੀ ਦੇ ਉੱਪਰ ਆਪਣੇ ਜੀਵਨ ਦੇ ਵਿੱਚ ਤਾਰਨਾ ਕਰ। ਡੋਲੇ ਵਾਓ ਨਾ ਵੱਡਾ ਹੋਏ। ਹਵਾ ਚੱਲਣ ਦੇ ਨਾਲ ਉਹ ਗਿਆਨ ਦਾ ਦੀਵਾ ਜਿਹੜਾ ਹੈ ਡੋਲਦਾ ਨਹੀਂ। ਅਤੇ ਪੁਰਾਤਨ ਸ਼ਬਦ ਵਰਤਿਆ ਹੈ, ਅੱਜ ਵੀ ਕਿਧਰੇ ਕਿਧਰੇ ਵਰਤਦੇ ਹਨ। ਦੀਵੇ ਨੂੰ ਬੁਝਾਉਣ ਨੂੰ ਸ਼ਬਦ ਵਰਤਦੇ ਹਨ ਵੀ ਦੀਵੇ ਨੂੰ ਵੱਡਾ ਕਰਨਾ। ਇਹ ਨਹੀਂ ਸ਼ਬਦ ਵਰਤਦੇ ਵੀ ਦੀਵਾ ਬੁਝਾਉਣਾ ਹੈ। ਮਹਾਰਾਜ ਕਹਿੰਦੇ ਇਹ ਗਿਆਨ ਦਾ ਦੀਵਾ ਜਿਹੜਾ ਹੈ ਨਾ ਇੱਕ ਵਾਰੀ ਜਲ ਗਿਆ ਫਿਰ ਇਹ ਕਦੇ ਵਾਸਤੇ ਵੱਡਾ ਨਹੀਂ ਹੋਵੇਗਾ, ਭਾਵ ਬੁਝੇਗਾ ਨਹੀਂ। ਸਦਾ ਹੀ ਤੈਨੂੰ ਗਿਆਨ ਦੀ ਰੌਸ਼ਨੀ ਦਿੰਦਾ ਰਹੇਗਾ। ਜਾਪੈ ਜਿਉ ਸਿੰਘਾਸਣ ਲੋਏ। ਇਸ ਤਰ੍ਹਾਂ ਉੱਚੇ ਸਿੰਘਾਸਨ ਦੇ ਉੱਪਰ ਕਹਿੰਦੇ ਤੈਨੂੰ ਇਹ ਰੌਸ਼ਨੀ ਜੋ ਹੈ ਵੰਡਦਾ ਰਹੇਗਾ। ਖੱਤਰੀ ਬ੍ਰਾਹਮਣ ਸੂਦ ਕੇ ਵੈਸ। ਕੋਈ ਵੀ ਜਾਤੀ ਹੋਵੇ, ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ ਜਾਂ ਵੈਸ਼ ਹੋਵੇ, ਨਿਰਤ ਨ ਪਾਈਆ ਗਣੀ ਸਹੰਸ। ਕਹਿੰਦੇ ਕੋਈ ਵੀ ਗਿਣਤੀ ਮਿਣਤੀ ਨਹੀਂ ਹੈ। ਜਿਹੜਾ ਵੀ ਇੱਥੇ ਪ੍ਰਭੂ ਦਾ ਸਿਮਰਨ ਕਰਕੇ ਗਿਆਨ ਦਾ ਦੀਵਾ ਬਾਲ ਲੈਂਦਾ ਹੈ ਉਹ ਮਹਾਨ ਹੋ ਜਾਂਦਾ ਹੈ। ਆਰੰਭ ਦੇ ਵਿੱਚ ਵੀ ਆਪਾਂ ਬੇਨਤੀ ਕੀਤੀ ਹੈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਕਹੀਐ।
ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਜੋ ਬ੍ਰਹਮ ਨੂੰ ਹੀ ਦੇਖਦਾ ਹੈ, ਬ੍ਰਹਮ ਨੂੰ ਹੀ ਸੁਣਦਾ ਹੈ, ਉਹੀ ਤਾਂ ਬ੍ਰਾਹਮਣ ਹੈ। ਜੇ ਕੋਈ ਉੱਚੀ ਜਾਤ ਦੇ ਵਿੱਚੋਂ ਸਿਗਰਟਾਂ ਪੀਂਦਾ ਹੈ, ਸ਼ਰਾਬਾਂ ਪੀਂਦਾ ਹੈ, ਨਸ਼ਿਆਂ ਦਾ ਸੇਵਨ ਕਰਦਾ ਹੈ, ਕਿਹੜੀ ਗੱਲ ਦੀ ਉੱਚੀ ਜਾਤ ਹੈ? ਉਹਦੇ ਕੋਲੋਂ ਬਚਣ ਦੀ ਜ਼ਰੂਰਤ ਹੈ। ਜੋ ਕੋਈ ਰਵਿਦਾਸ ਵਰਗਾ ਜੁੱਤੀਆਂ ਵੀ ਗੰਢਦਾ ਹੈ, ਉਹ ਬ੍ਰਾਹਮਣ ਹੈ, ਕਿਉਂਕਿ ਨਾਲੇ ਜੁੱਤੀਆਂ ਗੰਢੀ ਜਾਂਦਾ ਹੈ, ਨਾਲੇ ਲੋਕਾਂ ਦਾ ਮਨ ਵੀ ਗੰਢੀ ਜਾਂਦਾ ਹੈ। ਨਾਮਦੇਵ ਜੀ ਬ੍ਰਾਹਮਣ ਹਨ, ਕਿਉਂਕਿ ਸਾਧ ਸੰਗਤ ਜੀ ਉਹਨਾਂ ਨੇ ਆਖਿਆ, ਮਨ ਮੇਰੋ ਗਾਜ ਜਿਹਬਾ ਮੇਰੀ ਕਾਤੀ, ਮਪ ਮਪ ਕਾਟੋ ਜਮ ਕੀ ਫਾਸੀ, ਕਹੋ ਕਰੋ ਜਾਤੀ ਕਹੋ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਇਸ ਤਰ੍ਹਾਂ ਕਹਿੰਦੇ ਕੋਈ ਵੀ ਹੋਵੇ ਜਿਹੜਾ ਵੀ ਪ੍ਰਭੂ ਦਾ ਸਿਮਰਨ ਕਰਦਾ ਹੈ, ਬੀਜ ਮੰਤਰ ਸਰਬ ਕੋ ਗਿਆਨ, ਚੌ ਵਰਨਾ ਮੈਂ ਜਪੈ ਕੋਉ ਨਾਮ। ਕੋਈ ਵੀ ਪ੍ਰਭੂ ਸਿਮਰਨ ਕਰੇ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਐਸਾ ਦੀਵਾ ਬਾਲੇ ਕੋਏ, ਐਸਾ ਕੋਈ ਵੀ ਗਿਆਨ ਦਾ ਦੀਪਕ ਜੋ ਬਾਲਦਾ ਹੈ, ਨਾਨਕ ਸੋ ਪਾਰੰਗਤ ਹੋਏ। ਕਹਿੰਦੇ ਸੰਸਾਰ ਸਾਗਰ ਦੇ ਵਿੱਚ ਡੁੱਬਦਾ ਨਹੀਂ ਹੈ, ਉਹ ਪਾਰਗ੍ਰਾਮੀ ਹੋ ਜਾਂਦਾ ਹੈ। ਸਾਧ ਸੰਗਤ ਜੀ ਮਹਾਤਮਾ ਲੋਕ ਇੱਕ ਐਸੀ ਪੌੜੀ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਦਾ ਇੱਕ ਸਿਰਾ ਜਿਵੇਂ ਪੌੜੀ ਦਾ ਥੱਲੇ ਹੁੰਦਾ ਹੈ, ਦੂਸਰਾ ਚਬਾਰੇ ਦੇ ਨਾਲ ਲੱਗਾ ਹੋਇਆ ਹੁੰਦਾ ਹੈ। ਮਹਾਤਮਾ ਲੋਕ ਇੱਕ ਬੇੜੀ ਦੀ ਤਰ੍ਹਾਂ ਹੁੰਦੇ ਹਨ, ਜਿਹੜੇ ਉਰਾਰ ਵੀ ਆਉਂਦੇ ਹਨ, ਪਾਰ ਵੀ ਜਾਂਦੇ ਹਨ। ਕਦੇ ਪ੍ਰਭੂ ਦੇ ਨਾਲ ਆਪਣਾ ਧਿਆਨ ਜੋੜ ਲੈਂਦੇ ਹਨ, ਸਮਾਧੀ ਲੀਨ ਹੋ ਜਾਂਦੇ ਹਨ, ਕਦੇ ਫਿਰ ਸੰਸਾਰ ਦੇ ਨਾਲ ਆਪਣਾ ਸੰਬੰਧ ਜੋੜ ਲੈਂਦੇ ਹਨ। ਸਤਿਪੁਰਸ਼ਾਂ ਦਾ ਹੋਰ ਕੋਈ ਪ੍ਰਯੋਜਨ ਨਹੀਂ ਹੁੰਦਾ। ਜਿਹੜੀ ਉਹ ਖੇਚਲ ਕਰਦੇ ਹਨ, ਸੰਸਾਰ ਦੇ ਭਲੇ ਵਾਸਤੇ ਕਰਦੇ ਹਨ, ਆਪ ਤਾਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੁੰਦਾ ਹੈ। ਸੰਤ ਈਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ 20 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਆਪਣੇ ਨਾਲਦਿਆਂ ਨੂੰ, 1955 ਦੇ ਵਿੱਚ, ਵੀ ਮੇਰੇ 20 ਸਾਲ ਹੈਗੇ ਹਨ, ਜਿੰਨਾ ਮੇਰੇ ਕੋਲੋਂ ਲਾਹਾ ਲੈਣਾ ਹੈ ਲੈ ਲਓ। ਵਾਕਈ 75 ਦੇ ਵਿੱਚ ਫਿਰ ਸੱਚਖੰਡ ਪਿਆਨਾ ਕਰ ਗਏ। ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਬਲ ਗਿਆ, ਆਪ ਵੀ ਮਹਾਨ ਜੀਵਨ ਨੂੰ ਬਤੀਤ ਕਰਦੇ ਹਨ, ਦੂਸਰਿਆਂ ਵਾਸਤੇ ਵੀ ਰਾਹ ਦਸੇਰਾ ਜਿਹੜਾ ਹੈ ਉਹ ਬਣਦੇ ਹਨ। ਸਤਿਗੁਰ ਕਿਰਪਾ ਕਰਨ, ਸਾਡੇ ਅੰਦਰ ਵੀ ਐਸਾ ਗਿਆਨ ਦਾ ਦੀਵਾ ਬਲੇ, ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨੀ ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਰੋਮ ਰੋਮ ਕਰਕੇ ਹਾਰਦਿਕ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨ ਪਾਈਆ ਗਣੀ ਸਹੰਸ, ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ। ਵਾਹਿਗੁਰੂ ਜੀ ਕਾ